Hello everyone, hope you are safe at your places and preparing for the final examinations of Guru Nanak Dev University, which are going to start from 21st of September. ਸੋ ਹੁਣ ਤੱਕ ਜਿਹੜਾ ਹੈ ਅੱਜ ਦੀ ਡੇਟ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿਹੜੀ ਹੈ ਡੇਟ ਸ਼ੀਟ ਜਿਹੜੀ ਹੈ ਉਹ ਵੀ ਰਿਲੀਜ਼ ਕਰ ਦਿੱਤੀ ਹੈ। ਸੋ ਸਾਰੇ ਜਿੰਨੇ ਵੀ ਸਟੂਡੈਂਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਡਰ ਜਾਂ ਜਿਹੜੇ ਉਹਨਾਂ ਦੇ ਅੰਡਰ ਕਾਲਜਿਸ ਆਉਂਦੇ ਹਨ, ਸੋ ਉਹਨਾਂ ਦੇ ਨਾਲ ਕੰਸਰਨ ਸਾਰੇ ਵੀ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਸਾਰਾ ਆਈ ਹੋਪ ਕਿ ਜਿਹੜੀ ਡੇਟ ਸ਼ੀਟ ਹੈ ਉਹ ਪਤਾ ਲੱਗ ਗਈ ਹੈ ਅਤੇ ਉਹ ਆਪੋ ਆਪਣੀ ਜਿਹੜੀ ਤਿਆਰੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹਨ। ਸੋ ਇਹ ਇੱਕ ਜਿਹੜੀਆਂ ਜ਼ਰੂਰੀ ਗਾਈਡਲਾਈਨਸ ਜਿਹੜੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ, ਸੋ ਸਮ ਇੰਪੋਰਟੈਂਟ ਗਾਈਡਲਾਈਨਸ ਵਿਚ ਆਰ ਫਾਰ ਕਾਲਜਿਸ ਐਜ਼ ਵੈਲ ਐਜ਼ ਫਾਰ ਸਟੂਡੈਂਟਸ, ਉਹ ਜਿਹੜੀਆਂ ਕੁਛ ਹਦਾਇਤਾਂ ਜਿਹੜੀਆਂ ਹਨ ਉਹ ਇਸ਼ੂ ਕੀਤੀਆਂ ਹਨ। ਸੋ ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਚਾਹਾਂਗਾ। So regarding the answer sheet, so this is the first page of answer sheet ਕਿ ਜਿਹੜਾ ਸਟੂਡੈਂਟਸ ਨੇ ਜਿਹੜੀਆਂ ਆਪਣੀਆਂ ਆਨਸਰ ਸ਼ੀਟਾਂ ਜਿਹੜੀਆਂ ਹਨ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਆਪਣੇ ਆਨਸਰ ਜਿਹੜੇ ਹਨ ਉਹ ਘਰ ਬਹਿ ਕੇ ਲਿਖਣੇ ਹਨ। ਸੋ ਉਹਦਾ ਜਿਹੜਾ ਫਸਟ ਪੇਜ ਹੈ ਸੋ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਸੋ ਜਿਹਦੇ ਵਿੱਚ ਸੈਕਸ਼ਨ ਏ ਦੇ ਵਿੱਚ ਟੂ ਬੀ ਫਿਲਡ ਬਾਈ ਦੀ ਸਟੂਡੈਂਟਸ, ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਐਂਡ ਸੈਕਸ਼ਨ ਬੀ ਜਿਹੜਾ ਹੈ ਵਿਚ ਇਜ਼ ਫਿਲਡ ਬਾਈ ਦੀ ਆਫਿਸ, ਐਂਡ ਐਟ ਦੀ ਐਂਡ ਉਹਨਾਂ ਨੇ ਜਿਹੜੇ ਕੁਛ ਇੰਪੋਰਟੈਂਟ ਜਿਹੜਾ ਇਹਦੇ ਬਾਰੇ ਲਿਖਿਆ ਹੈ। ਸੋ ਜਿਹੜੀਆਂ ਆਨਸਰ ਸ਼ੀਟਸ ਸਟੂਡੈਂਟਸ ਨੇ ਯੂਜ਼ ਕਰਨੀਆਂ ਹਨ ਦੇ ਸ਼ੁੱਡ ਓਨਲੀ ਬੀ ਆਫ A4 ਸਾਈਜ਼, ਕਿ ਉਹ ਜਿਹੜੀਆਂ ਆਨਸਰ ਪੇਜ ਹਨ ਆਨਸਰ ਉੱਤਰ ਕਾਪੀਆਂ ਹਨ ਉਹ ਜਿਹੜੀਆਂ A4 ਸਾਈਜ਼ ਦੀਆਂ ਹੋਣੀਆਂ ਚਾਹੀਦੀਆਂ ਹਨ। ਸੋ ਇਟ ਕੈਨ ਬੀ ਪਲੇਨ ਔਰ ਇਟ ਕੈਨ ਬੀ ਵਿਦ ਲਾਈਨ। ਬਹੁਤ ਸਾਰੇ ਸਟੂਡੈਂਟਸ ਜਿਹੜੇ ਆ ਉਹਨਾਂ ਦੀ ਜਿਹੜੀ ਕੁਐਰੀ ਆ ਰਹੀ ਸੀ ਸਰ ਪਲੇਨ ਪੇਜ ਦੇ ਉੱਤੇ ਜਿਹੜਾ ਹੈ ਲਿਖਣਾ ਜਿਹੜਾ ਬਹੁਤ ਡਿਫੀਕਲਟ ਹੈ। ਸੋ ਆਈ ਥਿੰਕ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੁਛ ਮੈਂਸ਼ਨ ਨਹੀਂ ਕੀਤਾ। ਸੋ ਪ੍ਰੋਵਾਈਡਡ ਦੀ ਕੰਡੀਸ਼ਨ ਇਜ਼ ਕਿ ਜਿਹੜਾ ਪੇਜ ਤੁਸੀਂ ਯੂਜ਼ ਕਰਨਾ ਹੈ ਉਹ A4 ਸਾਈਜ਼ ਦਾ ਹੋਣਾ ਚਾਹੀਦਾ ਹੈ। ਉਹ ਤੁਸੀਂ ਜਿਹੜਾ ਹੈ ਲਾਈਨ ਵਾਲਾ ਵੀ ਯੂਜ਼ ਕਰ ਸਕਦੇ ਹੋ। ਸੋ ਯੂ ਹੈਵ ਟੂ ਯੂਜ਼ 20 ਪੇਜਿਸ ਐਕਸਕਲੂਡਿੰਗ ਦਿਸ ਟਾਈਟਲ ਪੇਜ। ਸੋ ਜਿਹੜਾ ਤੁਸੀਂ ਆਪਣੀ ਆਨਸਰ ਸ਼ੀਟ ਦਾ ਪਹਿਲਾ ਪੇਜ ਰੱਖਣਾ ਹੈ, ਤੁਸੀਂ ਇਹ ਵਾਲੀ ਜਿਹੜੀ ਸ਼ੀਟ ਹੈ ਮੈਂ ਜਿਹੜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹਨੂੰ ਐਡ ਕਰ ਦਾਂਗਾ, ਯੂ ਕੈਨ ਡਾਊਨਲੋਡ ਦਿਸ। ਸੋ ਤੁਸੀਂ ਜਿਹੜਾ ਹੈ ਇਹਦਾ ਐਜ਼ ਇਟ ਇਜ਼ ਪ੍ਰਿੰਟ ਲੈ ਸਕਦੇ ਹੋ। ਸੋ ਪਹਿਲਾ ਜਿਹੜਾ ਪੇਜ ਹੈ ਤੁਸੀਂ ਇਹ ਵਾਲਾ ਪੇਜ ਅਟੈਚ ਕਰਨਾ ਹੈ, ਪਲੱਸ ਉਹਦੇ ਤੋਂ ਇਲਾਵਾ ਤੁਸੀਂ ਜਿਹੜੇ 20 ਪੇਜ ਹਨ ਆਪਣੀ ਜਿਹੜੇ ਆਨਸਰ ਸ਼ੀਟਾਂ ਦੇ ਅਟੈਚ ਕਰਨੇ ਹਨ। ਸੋ ਟੋਟਲ ਜਿਹੜੇ ਤੁਹਾਡੇ ਆਨਸਰ ਬੁਕਲੈਟ ਦੇ ਨਾਲ ਜਿਹੜੇ ਪੇਜ ਅਟੈਚ ਹੋਣਗੇ ਮੈਕਸਿਮਮ ਜਿਹੜੇ 21 ਪੇਜ ਤੁਸੀਂ ਜਿਹੜੇ ਆ ਉਹ ਅਟੈਚ ਕਰ ਸਕਦੇ ਹੋ। ਠੀਕ ਹੈ। ਸੋ ਪਹਿਲੇ ਪੇਜ ਦੀ ਤੁਸੀਂ ਨੰਬਰਿੰਗ ਨਹੀਂ ਕਰਨੀ ਹੈ। ਸੋ ਜਿਹੜਾ ਇਹ ਵਾਲਾ ਪੇਜ ਡੈਮੋ ਪੇਜ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੇਜ ਜਿਹੜਾ ਅਟੈਚ ਕੀਤਾ ਹੈ ਸੋ ਇਹਦੀ ਤੁਸੀਂ ਨੰਬਰਿੰਗ ਨਹੀਂ ਕਰਨੀ ਹੈ। ਤੁਸੀਂ ਜਿਹੜੀ ਬਾਕੀ ਆਪਣੇ ਆਨਸਰ ਸ਼ੀਟ ਦੀ ਨੰਬਰਿੰਗ ਜਿਹੜੀ ਹੈ ਉਹਨੂੰ 1 ਤੋਂ ਲੈ ਕੇ 20 ਤੱਕ ਜਿਹੜਾ ਹੈ ਨੰਬਰ ਕਰਨਾ ਹੈ। ਹਰ ਇੱਕ ਜਿਹੜਾ ਪੇਜ ਹੈ ਉਹਦੇ ਉੱਤੇ ਨੰਬਰਿੰਗ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ। ਸੋ ਪੇਜ ਨੰਬਰ ਮਸਟ ਬੀ ਰਿਟਨ ਔਨ ਐਵਰੀ ਪੇਜ ਐਕਸਕਲੂਡਿੰਗ ਟਾਈਟਲ ਪੇਜ। ਸੋ ਦਿਸ ਇਜ਼ ਯੂਅਰ ਟਾਈਟਲ ਪੇਜ। ਇਹਦੇ ਉੱਤੇ ਤੁਸੀਂ ਜਿਹੜੀ ਨੰਬਰਿੰਗ ਨਹੀਂ ਕਰਨੀ ਹੈ। ਉਸ ਤੋਂ ਇਲਾਵਾ ਜਿਹੜੇ ਤੁਸੀਂ ਪੇਜ ਲਿਖੋਗੇ ਜਿਨ੍ਹਾਂ ਦੇ ਉੱਤੇ ਤੁਸੀਂ ਆਪਣੇ ਉੱਤਰ ਲਿਖਣੇ ਹਨ ਉਹਨਾਂ ਦੀ ਤੁਸੀਂ ਨੰਬਰਿੰਗ ਜਿਹੜੀ ਹੈ ਉਹ 1 ਤੋਂ ਲੈ ਕੇ 20 ਤੱਕ ਕਰਨੀ ਹੈ। ਸੋ ਆਲ ਪੇਜ ਮਸਟ ਬੀ ਸਕੈਨਡ, ਫੋਟੋਗ੍ਰਾਫਡ ਐਂਡ ਕੰਬਾਈਨਡ ਇਨ ਅ ਸਿੰਗਲ PDF ਫਾਈਲ। ਸੋ ਜਿੰਨੇ ਵੀ ਤੁਸੀਂ ਜਿਹੜੇ ਪੇਜ ਆਨਸਰ ਕਾਪੀ ਦੇ ਲਿਖਣੇ ਹਨ ਅਤੇ ਉਸ ਤੋਂ ਇਲਾਵਾ ਇਹ ਵਾਲਾ ਪੇਜ ਸਾਰਿਆਂ ਨੂੰ ਤੁਸੀਂ ਸਕੈਨ ਕਰ ਲੈਣਾ ਹੈ। ਜੇ ਤਾਂ ਤੁਹਾਡੇ ਕੋਲ ਸਕੈਨਰ ਹੈਗਾ ਹੈ ਦੈਨ ਯੂ ਕੈਨ ਯੂਜ਼ ਦੈਟ, ਅਦਰਵਾਈਜ਼ ਜਿਹੜਾ ਹੈ ਆਈ ਹੈਵ ਅਪਲੋਡਡ ਦੀ ਵੀਡੀਓ। ਤੁਸੀਂ ਜਿਹੜਾ ਹੈ ਕੁਛ ਜ਼ਰੂਰੀ ਸੋਫਟਵੇਅਰ ਜਿਹੜੇ ਕਿ ਡੌਕ ਸਕੈਨਰ, ਕੈਮ ਸਕੈਨਰ ਜਾਂ ਗੂਗਲ ਡਰਾਈਵ ਦੇ ਥਰੂ ਜਾਂ ਅਡੋਬ ਦੇ ਥਰੂ ਤੁਸੀਂ ਜਿਹੜੇ ਆ ਆਪਣੇ ਡਾਕੂਮੈਂਟ ਜਿਹੜੇ ਹੈ ਉਹ ਸਕੈਨ ਕਰਕੇ ਇੱਕ ਸਿੰਗਲ PDF ਫਾਈਲ ਜਿਹੜੀ ਹੈ ਉਹ ਜਨਰੇਟ ਕਰਕੇ ਉਹ ਵਾਲੀ ਜਿਹੜੀ PDF ਫਾਈਲ ਹੈ ਤੁਸੀਂ ਫਾਈਨਲ ਜਿਹੜੀ ਹੈ ਉਹ ਕੰਸਰਨਡ ਈਮੇਲ ਦੇ ਉੱਤੇ ਜਿਹੜੀ ਹੈ ਉਹ ਜਮ੍ਹਾਂ ਕਰਾਉਣੀ ਹੈ। ਸੋ ਸਮ ਆਫ ਦੀ ਇੰਪੋਰਟੈਂਟ ਇੰਸਟਰਕਸ਼ਨਸ ਜਿਹੜੀਆਂ ਕਾਲਜ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਾਰੀ ਕੀਤੀਆਂ ਹਨ। ਸੋ ਉਹਦੇ ਵਿੱਚ the college will prepare a list of registered email of their students and will send test email to their email ID। ਸੋ ਆਈ ਹੋਪ ਕਿ ਸਾਰੇ ਜਿਹੜੇ GNDU ਦੇ ਅੰਡਰ ਜਿੰਨੇ ਵੀ ਕਾਲਜਿਸ ਆਉਂਦੇ ਹਨ ਸੋ ਸਾਰਿਆਂ ਨੇ ਜਿਹੜਾ ਇਹ ਪ੍ਰੋਸੈਸ ਕਰਨਾ ਸਟਾਰਟ ਕਰ ਦਿੱਤਾ ਹੈ। ਸੋ ਐਵਰੀ ਕੰਸਰਨਡ ਸਟੂਡੈਂਟ ਆਫ ਜਿਹੜੇ ਕਾਲਜ ਦੇ ਵਿੱਚ ਉਹ ਪੜ੍ਹਦਾ ਹੈ ਸੋ ਉਹਨਾਂ ਦੇ ਕੰਸਰਨਡ ਉਹਨਾਂ ਦੇ ਵਿਭਾਗ ਦੇ ਜਿਹੜੇ ਟੀਚਰਸ ਹਨ ਉਹਨਾਂ ਨੇ ਉਹਨਾਂ ਕੋਲੋਂ email ID ਜਿਹੜੇ ਕਲੈਕਟ ਕਰ ਲਏ ਹਨ।
ਤੇ ਇੱਕ ਅਫੀਸ਼ੀਅਲ ਆਈਡੀ ਦੇ ਥਰੂ ਜਿਹੜਾ ਹੈ ਉਹਨਾਂ ਦੀ ਜਿਹੜੀ ਈਮੇਲ ਹੈ ਉਹ ਟੈਸਟ ਕੀਤੀ ਜਾਣੀ ਹੈ। ਸੋ ਬੱਚਿਓ ਤੁਸੀਂ ਇਸ ਗੱਲ ਦਾ ਧਿਆਨ ਦੇਣਾ ਹੈ ਕਿ ਜਿਹੜਾ ਤੁਸੀਂ ਉਹ ਈਮੇਲ ਜਿਹੜੀ ਆਏਗੀ ਤੁਹਾਨੂੰ, ਤੁਸੀਂ ਉਹਦਾ ਟਾਈਮ ਸਿਰ ਰਿਪਲਾਈ ਕਰਨਾ ਹੈ। ਯੂ ਹੈਵ ਟੂ ਰਿਸਪੌਂਡ ਟੂ ਦੈਟ ਈਮੇਲ। ਸੋ ਉਹ ਜਿਹੜੀ ਈਮੇਲ ਆਈਡੀ ਦੇ ਉੱਤੇ ਤੁਸੀਂ ਰਿਸਪੌਂਡ ਕਰੋਗੇ, ਸੋ ਦੈਟ ਵਿਲ ਬੀ ਕੰਸੀਡਰਡ ਐਟ ਯੂਅਰ ਫਾਈਨਲ ਈਮੇਲ। ਸੋ ਉਸ ਫਾਈਨਲ ਈਮੇਲ ਦੇ ਉੱਤੇ ਹੀ ਜਿਹੜਾ ਤੁਹਾਡਾ ਫਾਈਨਲ ਕੁਐਸਚਨ ਪੇਪਰ ਜਿਹੜਾ ਆਏਗਾ, ਐਂਡ ਉਸ ਈਮੇਲ ਦੇ ਉੱਤੇ ਤੁਸੀਂ ਜਿਹੜਾ ਹੈ ਆਪਣੀ ਆਨਸਰ ਸ਼ੀਟ ਦੀ ਇੱਕ PDF ਫਾਈਲ ਬਣਾ ਕੇ ਉਸ ਈਮੇਲ ਦੇ ਉੱਤੇ ਹੀ ਤੁਸੀਂ ਜਿਹੜੀ ਹੈ ਉਹ ਜਮ੍ਹਾਂ ਕਰਾਣੀ ਹੈ। ਸੋ ਜਿਹੜੀ ਡੇਟ ਸ਼ੀਟ ਵਗੈਰਾ ਹੈ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਹ ਵੀ ਜਾਰੀ ਕਰ ਦਿੱਤੀ ਹੈ। ਸੋ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਉਹ ਜਿਹੜੀ ਡੇਟ ਸ਼ੀਟ ਹੈ ਉਹ ਤੁਸੀਂ ਉਹਦੇ ਤੋਂ ਅਵੇਅਰ ਹੋ। ਸੋ 21 ਸਤੰਬਰ ਤੋਂ ਲੈ ਕੇ 10 ਅਕਤੂਬਰ ਤੱਕ ਜਿਹੜੇ ਹਨ ਥਿਊਰੀ ਐਗਜ਼ਾਮ ਜਿਹੜੇ ਹੋ ਰਹੇ ਹਨ। ਉਸ ਤੋਂ ਇਲਾਵਾ ਪ੍ਰੈਕਟੀਕਲ ਐਗਜ਼ਾਮੀਨੇਸ਼ਨ ਦੀ ਜਿਹੜੀ ਡੇਟ ਸ਼ੀਟ ਹੈ ਉਹ ਵੀ ਜਾਰੀ ਹੋ ਗਈ ਹੈ ਤੇ ਸਾਰੇ ਜਿਹੜੇ ਕੰਸਰਨਡ ਸਟੂਡੈਂਟਸ ਦੇ ਨਾਲ ਉਹ ਸ਼ੇਅਰ ਕਰ ਦਿੱਤੀ ਗਈ ਹੈ। ਸੋ ਉਹ ਕੀ ਕਹਿ ਰਹੇ ਹਨ ਕਿ ਜਿਹੜਾ ਡਿਪਟੀ ਰਜਿਸਟਰਾਰ ਹੈ ਉਹ 45 ਮਿੰਟ ਪਹਿਲੋਂ ਜਿਹੜਾ ਹੈ ਕੰਸਰਨਡ ਕਾਲਜ ਦੇ ਪ੍ਰਿੰਸੀਪਲ ਨੂੰ ਕੁਐਸਚਨ ਪੇਪਰ ਜਿਹੜਾ ਵੀ ਉਸ ਦਿਨ ਪੇਪਰ ਹੋਣਾ ਹੈ ਉਹ ਪ੍ਰਿੰਸੀਪਲ ਨੂੰ 45 ਮਿੰਟ ਪਹਿਲੇ ਜਿਹੜੇ ਹਰ ਇੱਕ ਕਾਲਜ ਦੇ ਵਿੱਚ ਭੇਜ ਦਿੱਤੇ ਜਾਣਗੇ। ਤੇ ਜਿਹੜਾ ਉਹ ਪ੍ਰਿੰਸੀਪਲ ਹੈ ਉਹਨੇ ਜਿਹੜੇ ਹੈ 15 ਮਿੰਟ ਪਹਿਲੇ ਉਹ ਵਾਲੇ ਕੁਐਸਚਨ ਪੇਪਰ ਅੱਗੇ ਸਟੂਡੈਂਟ ਦੀ ID ਦੇ ਉੱਤੇ ਉਹ ਫਾਰਵਰਡ ਜਿਹੜੇ ਹਨ ਕਰਨੇ ਹਨ। ਸੋ 2 ਘੰਟੇ ਜਿਹੜਾ ਟੋਟਲ ਟਾਈਮ ਮਿਲਣਾ ਹੈ ਬੱਚਿਆਂ ਨੂੰ ਲਿਖਣ ਦਾ। ਸੋ ਦੇ ਹੈਵ ਟੋਟਲ 2 ਘੰਟੇ ਤੇ 45 ਮਿੰਟ ਦਾ ਜਿਹੜਾ ਟਾਈਮ ਹੈ ਬੱਚਿਆਂ ਨੂੰ ਇਸ ਪੂਰੀ ਪ੍ਰੋਸੈਸ ਦੇ ਵਿੱਚ ਦਿੱਤਾ ਜਾਏਗਾ, ਜਿਹਦੇ ਵਿੱਚ 15 ਮਿੰਟ ਪਹਿਲੇ ਉਹਨਾਂ ਨੂੰ ਕੁਐਸਚਨ ਪੇਪਰ ਜਿਹੜਾ ਹੈ ਕੰਸਰਨਡ ਕਾਲਜ ਵੱਲੋਂ ਆਏਗਾ। ਉਸ ਤੋਂ ਇਲਾਵਾ 2 ਆਵਰ ਜਿਹੜੇ ਹਨ ਉਹਨਾਂ ਨੂੰ ਆਪਣੇ ਆਨਸਰ ਜਿਹੜੇ ਹਨ ਉਹਨਾਂ ਨੇ A4 ਸਾਈਜ਼ ਦੇ ਉੱਤੇ ਲਿਖਣੇ ਹਨ, ਉਹਦੇ ਲਈ ਟਾਈਮ ਦਿੱਤਾ ਜਾਏਗਾ। ਪਲੱਸ 30 ਮਿੰਟ ਜਿਹੜੇ ਹਨ ਉਹਨਾਂ ਨੂੰ ਆਪਣੇ ਸਾਰੀਆਂ ਉੱਤਰ ਕਾਪੀਆਂ, ਸਾਰੇ ਜਿਹੜੇ ਉਹ ਇਮੇਜਸ ਜਿਹੜੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਆਪਣੇ ਆਨਸਰ ਲਿਖੇ ਹਨ ਉਹਨਾਂ ਨੂੰ ਸਕੈਨ ਕਰਕੇ ਇੱਕ PDF ਜਿਹੜੀ ਫਾਈਲ ਹੈ ਉਹਨੂੰ ਬਣਾ ਕੇ ਉਹਨਾਂ ਨੇ ਉਸ ਪਰਟੀਕੂਲਰ ਈਮੇਲ ID ਦੇ ਉੱਤੇ ਜਿਹੜਾ ਹੈ ਉਹ ਆਪਣਾ ਆਨਸਰ ਸ਼ੀਟ ਜਿਹੜੀ ਹੈ ਸਬਮਿਟ ਕਰਾਣੀ ਹੈ, ਜਿਸ ਈਮੇਲ ਤੋਂ ਉਹਨਾਂ ਨੂੰ ਜਿਹੜੇ ਕੁਐਸਚਨ ਪੇਪਰ ਆਇਆ ਹੈ। ਸੋ ਕਾਲਜ ਜਿਹੜਾ ਹੈ ਫਰਦਰ ਉਹ ਪ੍ਰੋਸੈਸ ਜਿਹੜਾ ਹੈ ਉਹ ਸੁਪਰੀਡੈਂਟ ਵਗੈਰਾ ਦੀ ਅੱਗੋਂ ਕਾਰਵਾਈ ਹੈ ਕਿ ਉਹਨਾਂ ਨੇ ਜਿਹੜੀਆਂ ਪ੍ਰੋਪਰ ਆਨਸਰ ਸ਼ੀਟਾਂ ਹਨ ਡੇਲੀ ਬੇਸਿਸ ਦੇ ਉੱਤੇ ਉਹਨਾਂ ਦੇ ਪ੍ਰਿੰਟ ਆਊਟ ਲੈ ਕੇ ਉਹਨਾਂ ਨੂੰ ਪ੍ਰੋਪਰ ਅਲਾਈਨਮੈਂਟ ਕਰਕੇ ਜਿਹੜੀ ਪੈਕੇਜਸ ਬਣਾ ਕੇ ਅੱਗੇ ਜਿਹੜੇ ਵੈਲੂਏਟਰਸ ਨੂੰ ਉਹ ਇਸ਼ੂ ਕਰਨੇ ਹਨ। ਜੇ ਕਿਸੇ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਬੱਚੇ ਦੀ ਜਿਹੜੀ ਉੱਤਰ ਕਾਪੀ ਸਹੀ ਨਹੀਂ ਹੈ ਤੇ ਉਹ ਜਿਹੜੀ ਸਟੂਡੈਂਟ ਕੋਲੋਂ ਦੁਬਾਰਾ ਵੀ ਜਿਹੜੀ ਮੰਗਾਈ ਜਾ ਸਕਦੀ ਹੈ। ਸੋ ਸਟੂਡੈਂਟਸ ਨੇ ਜਿਹੜਾ ਹੈ ਆਪਣੀ ਈਮੇਲ ID ਜਿਹੜੀ ਹੈ ਉਹ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣੀ ਹੈ, ਜਾਂ ਜਿਹੜੇ WhatsApp ਗਰੁੱਪ ਜਿਹੜੇ ਬਣੇ ਹੋਏ ਹਨ ਉਹਨਾਂ ਦੇ ਡਿਪਾਰਟਮੈਂਟ ਵਾਈਜ਼ ਤੁਸੀਂ ਜਿਹੜੇ ਉਹ ਗਰੁੱਪਸ ਦੇ ਥਰੂ ਆਪਣੇ ਕੰਸਰਨਡ ਟੀਚਰ ਦੇ ਨਾਲ ਪ੍ਰੋਪਰ ਰਾਬਤਾ ਜਿਹੜਾ ਹੈ ਉਹ ਬਣਾ ਕੇ ਰੱਖਣਾ ਹੈ। ਸੋ college will check the quality of answer sheet uploaded by the student and they can demand the copy from the student in case if there is any issue regarding ineligibility। ਕਿ ਕਾਲਜ ਕਿਸੇ ਵੀ ਟਾਈਮ ਦੇ ਉੱਤੇ ਸਟੂਡੈਂਟ ਕੋਲੋਂ ਦੁਬਾਰਾ ਉਹ ਉੱਤਰ ਕਾਪੀ ਜਿਹੜੀ ਹੈ ਉਹਦੀ PDF ਫਾਈਲ ਮੰਗਾ ਸਕਦਾ ਹੈ, ਜਾਂ ਜਿਹੜੇ ਹਾਰਡ ਕਾਪੀ ਵੀ ਮੰਗਾ ਸਕਦਾ ਹੈ ਜਿਸ ਕੇਸ ਦੇ ਵਿੱਚ ਉਹਨਾਂ ਨੂੰ ਕੁਛ ਜਿਹੜੀ ਹੈ ਉਹ ਇਨਐਲੀਜੀਬਿਲਟੀ ਨਜ਼ਰ ਆਉਂਦੀ ਹੈ। ਸੋ ਤੁਸੀਂ ਜਿਹੜੀਆਂ ਆਪਣੀਆਂ ਆਨਸਰ ਸ਼ੀਟਸ ਜਿਹੜੀਆਂ ਲਿਖਣੀਆਂ ਹਨ ਤੁਸੀਂ ਉਹਨਾਂ ਦੀਆਂ ਜਿਹੜੀਆਂ ਹਾਰਡ ਕਾਪੀਜ਼ ਹਨ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਹੈ। ਸੋ ਜਦ ਤੱਕ ਤੁਹਾਡਾ ਜਿਹੜਾ ਪ੍ਰੋਪਰ ਰਿਜ਼ਲਟ ਡਿਕਲੇਅਰ ਨਹੀਂ ਹੋ ਜਾਂਦਾ। ਸੋ ਕਿਸੇ ਵੀ ਟਾਈਮ ਦੇ ਉੱਤੇ ਜਿਹੜਾ ਕਾਲਜ ਹੈ ਜਾਂ ਯੂਨੀਵਰਸਿਟੀ ਹੈ ਉਹ ਤੁਹਾਡੇ ਕੋਲੋਂ ਉੱਤਰ ਕਾਪੀਆਂ ਜਿਹੜੀਆਂ ਹਨ ਉਹ ਮੰਗਾ ਕੇ ਚੈੱਕ ਕਰ ਸਕਦੀ ਹੈ। ਸੋ ਸਮ ਆਫ ਦੀ ਇੰਪੋਰਟੈਂਟ ਇਨਸਟਰਕਸ਼ਨਸ ਜਿਹੜੀਆਂ ਉਹਨਾਂ ਨੇ ਸਟੂਡੈਂਟਸ ਨੂੰ ਇਸ਼ੂ ਕੀਤੀਆਂ ਹਨ। ਸੋ ਸਟੂਡੈਂਟ ਵਿਲ ਰਿਸਪੌਂਡ ਟੂ ਦੀ ਟੈਸਟ ਈਮੇਲ 4 days ਬਿਫੋਰ ਦੀ ਐਗਜ਼ਾਮੀਨੇਸ਼ਨ। ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਹਰ ਇੱਕ ਜਿਹੜਾ ਕਾਲਜ ਹੈ ਉਹ ਆਪਣੇ ਕੰਸਰਨਡ ਸਟੂਡੈਂਟਸ ਦੀਆਂ ਜਿਹੜੀਆਂ ਈਮੇਲਸ ਹੈ ਉਹ ਚੈੱਕ ਕਰ ਰਿਹਾ ਹੈ, ਉਹਨਾਂ ਨੂੰ ਟੈਸਟ ਈਮੇਲ ਸੈਂਡ ਕਰਕੇ ਉਹਨਾਂ ਕੋਲੋਂ ਰਿਪਲਾਈ ਬੈਕ ਲੈ ਰਿਹਾ ਹੈ, ਤਾਂ ਜੋ ਕਾਲਜ ਜਿਹੜਾ ਹੈ ਉਹ ਸ਼ਿਓਰ ਕਰ ਸਕੇ ਕਿ ਜਿਹੜਾ ਬੱਚੇ ਦਾ ਈਮੇਲ ID ਹੈ ਉਹ ਵਰਕਿੰਗ ਕੰਡੀਸ਼ਨ ਦੇ ਵਿੱਚ ਹੈ। ਸੋ ਤੁਸੀਂ ਵੀ ਬੱਚਿਓ ਜਿਨ੍ਹਾਂ ਨੇ ਹਾਲੇ ਤੱਕ ਈਮੇਲ ਨਹੀਂ ਰਿਸੀਵ ਕੀਤੇ ਜਾਂ ਜਿਨ੍ਹਾਂ ਨੇ ਨਹੀਂ ਰਿਪਲਾਈ ਕੀਤਾ ਉਹ ਤੁਸੀਂ 4 ਦਿਨ ਪਹਿਲੋਂ ਯਾਨੀ ਕਿ 21 ਤਰੀਕ ਤੋਂ 4 ਦਿਨ ਪਹਿਲੇ ਤੁਸੀਂ 17 ਸਤੰਬਰ ਤੱਕ ਇਹ ਜਿਹੜਾ ਪ੍ਰੋਸੈਸ ਹੈ ਉਹਦਾ ਰਿਪਲਾਈ ਤੁਸੀਂ ਕਰ ਸਕਦੇ ਹੋ। ਸੋ ਜਿਨ੍ਹਾਂ ਬੱਚਿਆਂ ਦੀ ਕੋਈ ਡਿਸਕ੍ਰਿਪੈਂਸੀ ਆ ਰਹੀ ਹੈ
ਉਹ ਆਪਣੇ ਡਿਪਾਰਟਮੈਂਟ ਦੇ ਕੰਸਰਨਡ ਟੀਚਰ, ਕੰਸਰਨਡ HOD ਦੇ ਨਾਲ ਕੰਸਰਨ ਕਰਕੇ ਇਸ ਨੂੰ ਰੈਕਟੀਫਾਈ ਕਰ ਸਕਦਾ ਹੈ। Student will assess the question paper from this email ID। ਸੋ ਇਹ ਜਿਹੜੀ email ID ਤੁਸੀਂ ਦਿਓਗੇ, this will be considered as your final or official email ID। ਸੋ ਉਸ ਤੋਂ ਇਲਾਵਾ 17 ਸਤੰਬਰ ਤੋਂ ਬਾਅਦ ਕੋਈ ਵੀ ਇਦਾਂ ਦੀ ਜਿਹੜੀ ਬੱਚੇ ਦੀ ਜਿਹੜੀ ਕਾਰਵਾਈ ਹੈ ਉਹਦੇ ਬਾਰੇ ਜਿਹੜਾ ਹੈ ਕਾਲਜ ਕੋਈ ਵੀ ਕੰਡੀਸ਼ਨ ਜਿਹੜੀ ਐਕਸੈਪਟ ਨਹੀਂ ਕਰੇਗਾ। ਸੋ 17 ਸਤੰਬਰ ਤੱਕ ਤੁਸੀਂ ਜਿਹੜਾ ਹੈ ਆਪਣੀ ਈਮੇਲ ID ਕਾਲਜ ਨੂੰ ਫਾਈਨਲ ਜਿਹੜੀ ਕਨਫਰਮ ਕਰਕੇ ਦੱਸਣੀ ਹੈ। ਸੋ 15 ਮਿੰਟ ਪਹਿਲੇ ਤੁਸੀਂ ਜਿਹੜਾ ਹੈ ਉਹ ਕੁਐਸਚਨ ਪੇਪਰ ਤੁਹਾਡੀ ਈਮੇਲ ID ਦੇ ਉੱਤੇ ਆ ਜਾਏਗਾ। ਸੋ ਸਟੂਡੈਂਟ ਵਿਲ ਅਟੈਂਪਟ ਦੀ ਕੁਐਸਚਨ ਪੇਪਰ ਔਨ A4 ਸ਼ੀਟ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਫਸਟ ਪੇਜ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਲਗਾਇਆ ਹੈ ਸੈਂਪਲ ਪੇਜ, ਉਹਦੀਆਂ ਤੁਸੀਂ ਫੋਟੋ ਕਾਪੀਆਂ ਕਰਾ ਕੇ ਰੱਖ ਲਓ, ਪਲੱਸ ਤੁਸੀਂ 20 ਸ਼ੀਟਾਂ ਜਿਹੜੀਆਂ ਹੋਰ ਯੂਜ਼ ਕਰ ਸਕਦੇ ਹੋ। ਨੰਬਰਿੰਗ ਜਿਹੜੀ ਹੈ ਉਹ ਤੁਸੀਂ ਆਨਸਰ ਸ਼ੀਟਾਂ ਦੀ ਉਹੀ ਕਰਨੀ ਹੈ 1 ਤੋਂ ਲੈ ਕੇ 20 ਤੱਕ। ਪਹਿਲੇ ਪੇਜ ਦੀ ਜਿਹੜੀ ਨੰਬਰਿੰਗ ਹੈ ਉਹਦੀ ਨਹੀਂ ਕਰਨੀ। ਸੋ ਨੰਬਰ ਆਫ ਪੇजेस ਇਟ ਸ਼ੁੱਡ ਨਾਟ ਐਕਸੀਡ 20। ਸੋ ਟੋਟਲ ਜਿਹੜੇ ਤੁਸੀਂ ਪੇਜ ਤੁਹਾਨੂੰ ਆਪਣਾ ਉੱਤਰ ਜਿਹੜਾ ਹੈ ਤੁਸੀਂ ਲਿਖਣਾ ਹੈ ਉਹ 20 ਪੇਜਾਂ ਦੇ ਅੰਦਰ ਹੀ ਆਪਣਾ ਆਨਸਰ ਜਿਹੜਾ ਹੈ ਉਹ ਕੰਪਾਈਲ ਕਰਨਾ ਪਏਗਾ। ਸੋ 20 ਤੋਂ ਵੱਧ ਤੁਸੀਂ ਜਿਹੜੀਆਂ ਆਪਣੀਆਂ ਹੋਰ ਪੇਜ ਜਿਹੜੇ ਆ A4 ਸਾਈਜ਼ ਦੇ ਉਹ ਨਹੀਂ ਯੂਜ਼ ਕਰ ਸਕਦੇ। ਸਟੂਡੈਂਟ ਹੈਵ ਟੂ ਪੁੱਟ देयर ਸਿਗਨੇਚਰ ਔਨ ਦੀ ਟਾਈਟਲ ਪੇਜ। ਸੋ ਜਿਹੜਾ ਪਹਿਲਾ ਪੇਜ ਹੈ, ਜਿਹੜਾ ਟਾਈਟਲ ਪੇਜ ਹੈ, ਉਹਦੇ ਉੱਤੇ ਸਟੂਡੈਂਟਸ ਨੇ ਆਪਣੇ ਸਿਗਨੇਚਰ ਕਰਨੇ ਹਨ, ਆਪਣਾ ਰੋਲ ਨੰਬਰ ਲਿਖਣਾ ਹੈ, ਸਬਜੈਕਟ ਲਿਖਣਾ ਹੈ, ਕੋਡ ਲਿਖਣਾ ਹੈ, ਈਮੇਲ ID ਲਿਖਣੀ ਹੈ। ਸੋ ਜੋ ਵੀ ਜਿਹੜੀਆਂ ਕੰਡੀਸ਼ਨਸ ਯੂ ਕੈਨ ਚੈੱਕ ਦੀ ਟਾਈਟਲ ਪੇਜ, ਜੋ ਵੀ ਤੁਹਾਨੂੰ ਪੁੱਛਿਆ ਗਿਆ ਹੈ ਉਹ ਸਾਰੀ ਡਿਟੇਲ ਤੁਸੀਂ ਜਿਹੜੀ ਹੈ ਟਾਈਟਲ ਪੇਜ ਦੇ ਉੱਤੇ ਹੀ ਲਿਖਣੀ ਹੈ। ਸੋ ਟੋਟਲ ਟਾਈਮ ਜਿਹੜਾ ਤੁਹਾਨੂੰ 4 ਕੁਐਸਚਨ ਅਟੈਂਪਟ ਕਰਨ ਦੇ ਲਈ 2 ਘੰਟੇ ਦਿੱਤਾ ਜਾਏਗਾ। ਪ੍ਰਿੰਸੀਪਲ ਆਫ ਦੀ ਕਾਲਜ ਇਟ ਵਿਲ ਸੈਂਡ ਦੀ ਕੁਐਸਚਨ ਪੇਪਰ 15 ਮਿੰਟ ਬਿਫੋਰ ਦੀ ਸਟਾਰਟ ਆਫ ਐਗਜ਼ਾਮੀਨੇਸ਼ਨ। 15 ਮਿੰਟ ਪਹਿਲੇ, ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ 15 ਮਿੰਟ ਪਹਿਲੇ ਤੁਹਾਡੀ ਈਮੇਲ ID ਦੇ ਉੱਤੇ ਜਿਹੜਾ ਹੈ ਉਹ ਕੁਐਸਚਨ ਪੇਪਰ ਆ ਜਾਏਗਾ। ਤੁਹਾਡੀ ਡੇਟ ਸ਼ੀਟ ਦੇ ਵਿੱਚ ਜਿਹੜਾ ਡੇਟ ਆਫ ਸਟਾਰਟ, ਡੇਟ ਐਂਡ ਟਾਈਮ ਆਫ ਸਟਾਰਟ ਆਫ ਐਗਜ਼ਾਮੀਨੇਸ਼ਨ ਉਹ ਹਰ ਇੱਕ ਦਾ ਮੈਂਸ਼ਨ ਕਰ ਦਿੱਤਾ ਹੈ। ਸੋ ਤੁਸੀਂ ਆਪਣਾ ਟਾਈਮ ਜਿਹੜਾ ਹੈ ਚੈੱਕ ਕਰ ਲੈਣਾ ਹੈ ਡੇਟ ਸ਼ੀਟ ਤੋਂ ਕਿ ਤੁਹਾਡਾ ਜਿਹੜਾ ਪੇਪਰ ਹੈ ਕਿੰਨੇ ਵਜੇ ਸਟਾਰਟ ਹੋਣ ਜਾ ਰਿਹਾ ਹੈ। ਸੋ ਥੋੜਾ ਜਿਹਾ ਅਟੈਂਟਿਵ ਰਹਿ ਕੇ ਤੁਸੀਂ 15 ਮਿੰਟ ਪੇਪਰ ਪਹਿਲੇ ਤੁਹਾਡੀ ਈਮੇਲ ID ਦੇ ਉੱਤੇ ਆ ਜਾਏਗਾ। 2 ਘੰਟੇ ਜਿਹੜਾ ਤੁਹਾਨੂੰ ਉਹ ਆਨਸਰ ਸ਼ੀਟਾਂ ਲਿਖਣ ਨੂੰ ਦਿੱਤੇ ਜਾਣਗੇ ਤੇ 30 ਮਿੰਟਸ ਜਿਹੜੇ ਆ ਉਹ ਡਾਕੂਮੈਂਟ ਨੂੰ ਸਕੈਨ ਕਰਕੇ ਇੱਕ ਸਿੰਗਲ PDF ਫਾਈਲ ਜਿਹੜੀ ਤੁਸੀਂ ਬਣਾਣੀ ਹੈ ਉਹਦੇ ਦਿੱਤੇ ਜਾਣਗੇ। ਸੋ ਟੋਟਲ ਜਿਹੜੇ ਸਟੂਡੈਂਟਸ ਕੋਲ ਇਹ ਸਾਰੀ ਪ੍ਰੋਸੈਸ ਦੇ ਲਈ ਜਿਹੜਾ ਹੈ 2 ਘੰਟੇ ਤੇ 45 ਮਿੰਟ ਦਾ ਜਿਹੜਾ ਸਮਾਂ ਹੈ। ਸੋ ਡਿਊਰਿੰਗ ਦਿਸ ਟਾਈਮ ਇਫ ਦੇयर ਇਜ਼ ਐਨੀ ਇਸ਼ੂ ਟੂ ਦੀ ਸਟੂਡੈਂਟ, ਜੇ ਕਿਸੇ ਬੱਚੇ ਦੀ ਜਿਹੜੀ ਅਪਲੋਡ ਕਰਨ ਦੇ ਵਿੱਚ ਜਾਂ ਕਿਸੇ ਨੂੰ ਦੀ ਜਿਹੜੀ ਈਮੇਲ ਹੈ ਉਹ ਸੈਂਡ ਨਹੀਂ ਹੋ ਰਹੀ, ਸੋ ਹੀ ਕੈਨ ਕੰਟੈਕਟ ਹਿਜ਼ ਟੀਚਰ ਥਰੂ WhatsApp ਗਰੁੱਪ ਜਿਹੜਾ ਕਿ ਕਾਲਜ ਜਾਂ ਜਿਹੜਾ ਕੰਸਰਨਡ ਡਿਪਾਰਟਮੈਂਟਸ ਨੇ ਜਿਹੜਾ ਬਣਾਇਆ ਹੋਇਆ ਹੈ। ਸੋ ਉਹ ਆਪਣੇ ਕੰਸਰਨਡ ਟੀਚਰ ਦੇ ਨਾਲ ਗੱਲਬਾਤ ਕਰ ਸਕਦਾ ਹੈ। ਸੋ ਸਮ ਆਫ ਦੀ ਇੰਪੋਰਟੈਂਟ ਪੁਆਇੰਟਸ, ਸਟੂਡੈਂਟ ਵਿਲ ਮੈਂਸ਼ਨ ਦੀ ਨੰਬਰ ਆਫ ਸ਼ੀਟਸ ਅਪਲੋਡਡ ਇਨ ਦੀ ਈਮੇਲ। ਸੋ ਜਿਹੜੀ ਈਮੇਲ ਤੁਸੀਂ ਲਿਖਣੀ ਹੈ ਇਟ ਇਜ਼ ਬੈਟਰ ਕਿ ਤੁਸੀਂ ਜਿਹੜੀ PDF ਫਾਈਲ ਹੈ ਉਹਨੂੰ ਰੀਨੇਮ ਕਰਕੇ ਤੁਸੀਂ ਆਪਣਾ ਨਾਮ, ਆਪਣੀ ਕਲਾਸ, ਜਿਹੜਾ ਪੇਪਰ ਤੁਹਾਡਾ ਹੋਣਾ ਹੈ, ਸੋ ਉਹ ਸਾਰਿਆਂ ਦਾ ਜਿਹੜਾ ਇੱਕ ਰੀਨੇਮ ਕਰਕੇ ਤੁਸੀਂ ਪ੍ਰੋਪਰ ਫਾਰਮੈਟ ਦੇ ਵਿੱਚ ਉਹ PDF ਫਾਈਲ ਦਾ ਨਾਮ ਦੇਣਾ ਹੈ। ਉਹਦੇ ਤੋਂ ਇਲਾਵਾ ਤੁਸੀਂ ਜਿਹੜੀਆਂ ਕਿੰਨੀਆਂ ਉੱਤਰ ਕਾਪੀਆਂ, ਜਿਹੜੀਆਂ ਕਿੰਨੇ A4 ਸਾਈਜ਼ ਦੇ ਜਿਹੜੇ ਪੇਜ ਯੂਜ਼ ਕੀਤੇ ਹਨ ਉਹਦੇ ਬਾਰੇ ਵੀ ਤੁਸੀਂ ਆਪਣੀ ਈਮੇਲ ਦੇ ਵਿੱਚ ਜਿਹੜਾ ਮੈਂਸ਼ਨ ਕਰਨਾ ਹੈ ਤਾਂ ਜੋ ਜਿਹੜੇ ਐਗਜ਼ਾਮੀਨਰ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਜੇ ਇਨ ਕੇਸ ਕਿਸੇ ਬੱਚੇ ਦਾ ਜਿਹੜਾ ਪੇਜ ਹੈ ਇੱਧਰ ਉੱਧਰ ਹੁੰਦਾ ਹੈ ਤੇ। ਸੋ ਸਟੂਡੈਂਟ ਵਿਲ ਕੀਪ ਹਾਰਡ ਕਾਪੀ ਆਫ ਦੀ ਆਨਸਰ ਸ਼ੀਟਸ ਸੇਫਲੀ ਇਨ ਦੇਅਰ ਕਸਟਡੀ। ਸੋ ਉਹ ਬੱਚੇ ਜਿਹੜੇ ਹਨ ਉਹ ਹਾਰਡ ਕਾਪੀ ਨੂੰ ਇੱਕ ਬਹੁਤ ਹੀ ਪ੍ਰੋਪਰ ਸੇਫ ਜਗ੍ਹਾ ਦੇ ਉੱਤੇ ਸੰਭਾਲ ਕੇ ਰੱਖਣਗੇ ਜਦ ਤੱਕ ਜਿਹੜਾ ਹੈ ਉਹ ਰਿਜ਼ਲਟ ਜਿਹੜਾ ਡਿਕਲੇਅਰ ਨਹੀਂ ਹੋ ਜਾਂਦਾ। ਸੋ ਦਿਸ ਇਜ਼ ਏ ਵੈਰੀ ਇੰਪੋਰਟੈਂਟ ਪੁਆਇੰਟ। ਕਈ ਵਾਰੀ ਬੱਚਿਆਂ ਨੂੰ ਹੁੰਦਾ ਕਿ ਉਹਨਾਂ ਨੇ ਈਮੇਲ ਕਰ ਦਿੱਤੀ ਹੈ ਤੇ ਉਹਨਾਂ ਦੀ ਜਿਹੜੀ ਸੌਫਟ ਕਾਪੀ ਹੈ ਉਹ ਜਿਹੜੀ ਹੈ ਉਹਨਾਂ ਦੀ ਈਮੇਲ ਦੇ ਵਿੱਚ ਸੇਵ ਹੀ ਹੈ, ਬਟ ਯੂ ਨੀਡ ਟੂ ਕੀਪ ਦੀ ਹਾਰਡ ਕਾਪੀ ਐਜ਼ ਵੈਲ। ਸੋ ਜਿਹੜੀਆਂ ਉਹ ਪੇਜ ਤੁਸੀਂ ਜਿਹੜੇ ਲਿਖੇ ਹਨ ਉਹਨਾਂ ਦੀ ਹਾਰਡ ਕਾਪੀ ਵੀ ਜਿਹੜੀ ਸੰਭਾਲ ਕੇ ਰੱਖਣੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਸੋ ਇਸ ਗੱਲ ਨੂੰ ਜਿਹੜਾ ਤੁਸੀਂ ਧਿਆਨ ਦਿਓ ਤੇ ਉਹ ਜਿਹੜੀ ਆਨਸਰ ਸ਼ੀਟ ਤੁਸੀਂ ਹੈ, ਆਨਸਰ ਸ਼ੀਟਾਂ ਹਨ ਉਹਨਾਂ ਨੂੰ ਇੱਕ ਸੇਫ ਜਗ੍ਹਾ ਦੇ ਉੱਤੇ ਸੰਭਾਲ ਕੇ ਰੱਖਣਾ ਹੈ ਜਦ ਤੱਕ ਜਿਹੜਾ ਤੁਹਾਡਾ ਰਿਜ਼ਲਟ ਡਿਕਲੇਅਰ ਨਹੀਂ ਹੋ ਜਾਂਦਾ।
So these are some of the important guidelines which have been issued regarding some doubts about students, and ਕੁਝ ਕਾਲਜ ਨੂੰ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ। ਸੋ ਆਈ ਹੋਪ ਕਿ ਤੁਸੀਂ ਜਿਹੜਾ ਹੈ ਇਸ ਗਾਈਡਲਾਈਨਸ ਨੂੰ ਫੋਲੋ ਕਰਕੇ ਆਪਣੇ ਜਿਹੜੇ ਐਗਜ਼ਾਮਸ ਹੈ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਹੈ ਉਹ ਕਰੋਗੇ। ਸੋ ਟਿਲ ਦੈਨ, ਗੁੱਡ ਬਾਏ, ਟੇਕ ਕੇਅਰ।